ਪੰਜਾਬ ਦੇ ਵਿੱਚ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਭਾਰੀ ਮੀਂਹ ਕਰਕੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਤੇ ਪਿਛਲੇ ਦਿਨੀ ਭਾਰੀ ਮੀਂਹ ਨੇ ਕਿਸਾਨਾਂ ਦੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਹੈ। ਅੱਜ ਅਸੀਂ ਗੱਲ ਕਰਾਂਗੇ ਇਸੇ ਮੁੱਦੇ ਤੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ, ਜਿਹਦੇ ਵਿੱਚ ਅਸੀਂ ਕਰਦੇ ਹਾਂ ਖਬਰਾਂ ਦੀ ਪੜਤਾਲ। ਅੱਜ ਵੀ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮੈਂ ਠੀਕ ਹਾਂ ਸਰ, ਤੁਸੀਂ ਕਿਵੇਂ ਹੋ? ਮੈਂ ਵੀ ਠੀਕ ਹਾਂ ਜੀ, ਪਰ ਉਹਨਾਂ ਕਿਸਾਨਾਂ ਦਾ ਹਾਲ ਠੀਕ ਨਹੀਂ ਹੈ ਜਿਨ੍ਹਾਂ ਬਾਰੇ ਤੁਸੀਂ ਗੱਲ ਕੀਤੀ। ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਹੈ? ਦੱਸਦੇ ਹਾਂ ਸਰ। ਖਬਰਾਂ ਵਿੱਚੋਂ ਖਬਰ ਸੁਣੀ। ਖਬਰ ਦੇ ਵਿੱਚ ਨੇ ਫਸਲਾਂ ਡੁੱਬੀਆਂ ਪਾਣੀ ਦੇ ਵਿੱਚ, ਨਸ਼ਿਆਂ ਦੇ ਵਿੱਚ ਨਸਲਾਂ, ਦੁੱਖ ਮਨਾਇਆ, ਕਰਜ਼ਾ ਚੁੱਕਿਆ, ਫਿਰ ਖੇਤ ਮਾਰਿਆ ਗੇੜਾ, ਕਈ ਵਰਿਆਂ ਤੋਂ ਜਿਉਂਦੇ ਹਾਂ ਵੱਡਾ ਕਰਕੇ ਜੇਰਾ। ਬਿਲਕੁਲ ਠੀਕ ਗੱਲ ਹੈ ਜੀ। ਜੇ ਇਹੋ ਜਿਹੀਆਂ परिस्थितियां ਦੇ ਵਿੱਚ ਜਿਉਣਾ ਤਾਂ ਜੇਰਾ ਵੱਡਾ ਕਰਨਾ ਪੈਣਾ। ਤੇ ਕਿਸਾਨਾਂ ਦਾ ਕਹਿਣਾ ਹੈ ਸਰ ਕਿ ਜੇ ਉਹ ਪਿੰਡ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਾਣੀ ਤੋਂ ਤਾਂ ਫਸਲਾਂ ਡੁੱਬ ਜਾਂਦੀਆਂ, ਫਸਲਾਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਪਿੰਡ ਡੁੱਬ ਜਾਂਦਾ ਹੈ। ਹਾਲ ਦੀ ਘੜੀ ਉਹਨਾਂ ਨੇ ਆਪਣੇ ਘਰ ਤਾਂ ਬਚਾ ਲਏ ਨੇ, ਪਰ ਫਸਲਾਂ ਨਸ਼ਟ ਹੋ ਗਈਆਂ। ਲੱਗਦਾ ਜੀ ਕਿ ਅਸੀਂ ਘਰ ਬਚਾ ਲਏ ਆ, ਘਰ ਹੋਰ ਪਾਸੇ ਡੁੱਬਦੇ ਜਾ ਰਹੇ ਆ, ਕਿਉਂਕਿ ਜਿਹੜੇ ਹਾਲਾਤ ਬਣੇ ਹੋਏ ਆ ਨਾ, ਜਿਹੜੇ ਖਿੱਤੇ ਦੀ ਗੱਲ ਕੀਤੀ ਹੈ ਮਾਲਵੇ ਖਿੱਤੇ ਦੇ ਵਿੱਚ, ਉੱਥੇ ਪਹਿਲਾਂ ਹੀ ਪਾਣੀ ਘੱਟ ਸੀ, ਸੇਮ ਦਾ ਇਲਾਕਾ ਸੀ, ਪਾਣੀ ਵੀ ਘੱਟ ਸੀ, ਉੱਥੇ ਨਰਮਾ ਹੁੰਦਾ ਸੀਗਾ, ਕਿਉਂਕਿ ਸੇਮ ਦੇ ਵਿੱਚ ਉਹ ਝੋਨਾ ਵੀ ਖਰਾਬ ਹੋ ਜਾਂਦਾ ਸੀ ਤੇ ਨਰਮਾ ਵੀ ਖਰਾਬ ਹੋ ਜਾਂਦਾ ਸੀ। ਉੱਥੇ ਸੇਮ ਨਾਲੇ ਬਣਾਏ ਗਏ, ਕਿਉਂਕਿ ਉਹ ਕੌੜਾ ਪਾਣੀ ਹੈ, ਕੌੜਾ ਪਾਣੀ ਝੋਨਾ ਵੀ ਖਰਾਬ ਕਰ ਦਿੰਦਾ, ਜਿਹੜੀ ਵੀ ਫਸਲ ਹੁੰਦੀ ਹੈ ਉਹ ਖਰਾਬ ਕਰ ਦਿੰਦਾ। ਹੁਣ ਨਰਮਾ ਤੇ ਕਪਾਹ ਜਿੱਥੇ ਹੁੰਦਾ ਸੀ ਉੱਥੇ ਚਲੋ ਪੈਸਟੀਸਾਈਡਸ ਵੀ ਪਾਏ ਤੇ ਹੋਰ ਵੀ ਚੀਜ਼ਾਂ ਕੀਤੀਆਂ। ਹੁਣ ਜਿਹੜਾ ਮੋਸਟ ਅਫੈਕਟਡ ਏਰੀਆ ਹੈ ਨਾ ਖੇਤੀ ਦੇ ਵਿੱਚ ਝੋਨੇ ਦੀ ਜ਼ਿਆਦਾ ਬਿਜਾਈ ਕਰਕੇ, ਉਹ ਮਾਲਵੇ ਦਾ ਖਿੱਤਾ ਹੈ, ਤੇ ਜਿਹੜੇ ਜ਼ਿਆਦਾਤਰ ਕਰਜ਼ੇ ਦੇ ਵਿੱਚ ਲੋਕ ਆ ਉਹ ਵੀ ਮਾਲਵੇ ਦੇ ਲੋਕ ਆ। ਤੇ ਉਸ ਇਲਾਕੇ ਦੇ ਵਿੱਚ ਹਰ ਸਾਲ ਇਹ ਹੁੰਦਾ ਹੈ ਕਿ ਕਦੇ ਤਾਂ ਨਰਮੇ ਨੂੰ ਸੁੰਡੀ ਲੱਗ ਜਾਂਦੀ ਹੈ, ਜਿਹੜੇ ਸਾਲ ਸੁੰਡੀ ਨਹੀਂ ਲੱਗਦੀ ਉਸ ਸਾਲ ਕੋਈ ਹੜ੍ਹ ਆ ਗਏ ਜਾਂ ਕੋਈ ਪਾਣੀ ਵੱਧ ਆ ਗਿਆ, ਕੋਈ ਨਹਿਰ ਟੁੱਟ ਗਈ, ਤੇ ਉਹ ਚੀਜ਼ਾਂ ਸਹਿਣੀਆਂ ਪੈ ਰਹੀਆਂ ਕਿਸਾਨਾਂ ਨੂੰ ਲਗਾਤਾਰ। ਤੇ ਉੱਥੇ ਕੋਈ ਇਹੋ ਜਿਹਾ ਰੋਜ਼ਗਾਰ ਦੇ ਵੀ ਕੋਈ ਬਹੁਤੇ ਵੱਡੇ ਸਾਧਨ ਨਹੀਂ ਹੈਗੇ, ਤੇ ਉੱਥੇ ਇੰਪਲੋਇਮੈਂਟ ਤਾਂ ਹੋਣੀ ਕੀ ਹੈ, ਨਾ ਐਜੂਕੇਸ਼ਨਲ ਇੰਸਟੀਟਿਊਟਸ ਇੰਨੇ ਵੱਡੇ ਬਣ ਸਕੇ ਹੈ, ਨਾ ਹੀ ਕੋਈ ਇੰਡਸਟਰੀ ਇੰਨੀ ਵੱਡੀ ਆ ਸਕੀ ਹੈ, ਤੇ ਲੋਕਾਂ ਦਾ ਮੇਨਲੀ ਜਿਹੜੇ ਡਿਪੈਂਡੈਂਸ ਹੈ ਉਹ ਡਿਪੈਂਡੈਂਸ ਖੇਤੀ 'ਤੇ ਹੀ ਹੈ। ਤੇ ਖੇਤੀ ਜਦੋਂ ਖੇਤ ਹੀ ਖਰਾਬ ਹੋ ਜਾਣੇ ਆ, ਜਦੋਂ ਫਸਲ ਬੀਜੀ ਹੈ, ਕਰਜ਼ਾ ਚੱਕ ਕੇ ਬੀਜ ਲਿਆਂਦਾ ਤੇ ਉਹ ਬੀਜ ਬੀਜਿਆ, ਉਹਦੇ 'ਤੇ ਉਮੀਦ ਹੈ ਤੇ ਉਹ ਉਮੀਦ 'ਤੇ ਪਾਣੀ ਫਿਰ ਗਿਆ, ਫਿਰ ਉਹ ਤੋਂ ਬਾਅਦ ਲੋਕੀ ਕੀ ਕਰਨਗੇ? ਤੇ ਦੂਜੇ ਪਾਸੇ ਜਿਹੜੀ ਗੱਲ ਹੁੰਦੀ ਹੈ ਹਮੇਸ਼ਾ ਕਿ ਉਸੇ ਖਿੱਤੇ ਦੇ ਵਿੱਚ ਨਸ਼ਾ ਵੀ ਵੱਧ ਹੈ। ਉਹ ਨਸ਼ਾ ਵੱਧ ਵੀ ਉਹਦਾ ਕਾਰਨ ਵੀ ਇਹੀ ਮੰਨਿਆ ਜਾਂਦਾ ਹੈ ਕਿਉਂਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ, ਤੇ ਸੇਮ ਟਾਈਮ 'ਤੇ ਜਿਹੜੀ ਫਸਲ ਵੀ ਉਗਾਉਂਦੇ ਆ ਉਹ ਕਿਤੇ ਨਾ ਕਿਤੇ ਨੈਚੁਰਲ ਡਿਜ਼ਾਸਟਰ ਕਰਕੇ ਉਹ ਖਰਾਬ ਹੋ ਜਾਂਦੀ ਹੈ, ਤੇ ਉਹਦੇ ਲਈ ਕੋਈ ਸਰਕਾਰ ਦਾ ਵੀ ਕੋਈ ਕੋਈ ਸਹੂਲਤਾਂ ਨਹੀਂ ਹੈ। ਸਰਕਾਰ ਨੇ ਵੀ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ, ਉਹ ਸਹੂਲਤਾਂ ਸਰਕਾਰ ਦੀਆਂ ਲੋਕਾਂ ਤੱਕ ਪਹੁੰਚ ਹੀ ਨਹੀਂ ਪਾਉਂਦੀਆਂ। ਤੁਹਾਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਮੁਕਤਸਰ ਦੇ ਜ਼ਿਲ੍ਹੇ ਦੇ ਵਿੱਚ ਹੀ ਪਟਵਾਰੀਆਂ ਨੇ ਧਰਨਾ ਲਾਇਆ ਸੀ, ਕਿਉਂਕਿ ਉਸ ਤੋਂ ਪਹਿਲਾਂ ਕਿਸਾਨਾਂ ਨੇ ਧਰਨਾ ਲਾ ਕੇ ਅਫਸਰਾਂ ਨੂੰ ਬੰਦ ਕੀਤਾ ਸੀਗਾ ਤਹਿਸੀਲ ਦੇ ਵਿੱਚ ਹੀ। ਉਹ ਕਿਸਾਨਾਂ ਦਾ ਇਹ ਕਹਿਣਾ ਸੀ ਸਾਡੀ ਨਰਮੇ ਦੀ ਫਸਲ ਖਰਾਬ ਹੋਈ ਹੈ, ਜਿਹਨੇ ਗਰਦੌਰੀ ਕੀਤੀ ਹੈ ਨਾ ਉਹਨੇ ਗਲਤ ਕੀਤੀ ਹੈ, ਤੇ ਜੋ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਲਿਖਿਆ ਵੀ ਇੰਨੀ ਫਸਲ ਖਰਾਬ ਹੋਈ ਹੈ, ਵੀ ਇਹ 2 ਜਾਂ 5 ਪਿੰਡਾਂ ਦੀ ਖਰਾਬ ਹੋਈ ਹੈ, ਉੱਥੇ 35-40 ਪਿੰਡਾਂ ਨੂੰ ਮੁਆਵਜ਼ਾ ਹੀ ਨਹੀਂ ਮਿਲਿਆ ਸੀ ਉਹਦਾ। ਤੇ 35-40 ਪਿੰਡਾਂ ਦੇ ਵਿੱਚ ਕਿੰਨੇ ਲੋਕ ਹੋਣਗੇ, ਕਿੰਨੀਆਂ ਜ਼ਮੀਨਾਂ ਹੋਣਗੀਆਂ ਜਿਹੜੀਆਂ ਖਰਾਬ ਹੋਈਆਂ ਸੀ। ਤੇ ਉਹ ਸਰਕਾਰੀ ਆંકੜੇ ਵੀ ਕੁਝ ਹੋਰ ਹੁੰਦੇ ਆ, ਸਰਕਾਰੀ ਆંકੜਿਆਂ ਦੇ ਚੱਲਦੇ ਉਹ ਲੋਕਾਂ ਨੂੰ ਦਿੱਕਤ ਹੁੰਦੀ ਹੈ। ਉਹ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਤੇ ਸਰਕਾਰ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ ਚੰਗੀ। ਸਰਕਾਰ ਨੂੰ ਇਨਸ਼ੋਰ ਕਰਨਾ ਪਊਗਾ ਜਿਹੜੇ ਆંકੜੇ ਸਰਕਾਰੀ ਬਣਦੇ ਆ, ਜਿਹੜੇ ਕਾਗਜ਼ਾਂ 'ਚ ਲਿਖੇ ਜਾਂਦੇ ਆ, ਜ਼ਮੀਨੀ ਪੱਧਰ 'ਤੇ ਵੀ ਉਹੀ ਹੋਣ। ਤੇ ਗਰਦੌਰੀਆਂ ਤੋਂ ਬਾਅਦ ਕਿਤੇ ਕਿਸਾਨਾਂ ਨੂੰ ਇਹੀ ਨਾ ਹੋਵੇ ਕਿ ਜੀ ਗਰਦੌਰੀ ਹੋਊਗੀ, ਹੁਣ ਉਮੀਦ ਹੈ ਕਿ ਜੀ ਮੁਆਵਜ਼ਾ ਮਿਲ ਜੂਗਾ। ਉਹ ਮੁਆਵਜ਼ਾ ਮਿਲਣ ਤੱਕ ਕਿਤੇ ਅਗਲੀ ਫਸਲ ਬੀਜ ਹੀ ਨਾ ਪਾਉਣ। ਜਿਹੜੇ ਲੋਕ ਆਪਦਾ ਕਰਜ਼ਾ ਚੱਕ ਕੇ ਜ਼ਮੀਨਾਂ ਠੇਕੇ 'ਤੇ ਲੈਂਦੇ ਆ, ਜਿਹਦੇ ਕੋਲ 2 ਕਿੱਲੇ 3 ਕਿੱਲੇ 5 ਕਿੱਲੇ ਜ਼ਮੀਨ ਹੈ ਆਪਦੀ, ਉਹਨੇ ਖੇਤੀ ਤਾਂ ਕਰਨੀ ਹੈ, ਉਹਨੂੰ ਪਤਾ ਹੈ ਕਿ ਮੇਰੇ ਕੋਲ ਹੋਰ ਕੋਈ ਧੰਦਾ ਹੀ ਨਹੀਂ ਹੈ, ਕਮਾਈ ਦਾ ਸਾਧਨ ਹੀ ਨਹੀਂ ਹੈ, ਉਹਨੇ ਬੱਚੇ ਪਾਲਣੇ ਆ, ਪਰਿਵਾਰ ਪਾਲਣਾ। 5 ਕਿੱਲੇ ਜ਼ਮੀਨ ਦੇ ਵਿੱਚ ਉਹਦੇ ਕੋਲੋਂ ਨਹੀਂ ਹੋ ਰਿਹਾ, ਉਹ 20 ਕਿੱਲੇ ਠੇਕੇ 'ਤੇ ਲੈਂਦਾ, ਉਹ 20 ਕਿੱਲੇ ਦਾ ਠੇਕਾ ਭਰਦਾ, ਤੇ ਉਹਦੇ ਵਿੱਚ ਫਿਰ ਬੀਜ ਲੈ ਕੇ ਆਉਂਦਾ, ਫਿਰ ਉਹ ਸਪਰੇਆਂ ਪਾਉਂਦਾ, ਰੇਹਾਂ ਪਾਉਂਦਾ, ਤੇ ਉਹ ਸਾਰਾ ਖਰਚਾ ਕਰਕੇ ਉਹਦੀ ਸਾਰੀ ਮਿਹਨਤ ਖਰਾਬ ਹੋ ਜਾਂਦੀ ਹੈ।
ਤੇ ਉਹਦੀ ਆਪਦੀ ਜ਼ਮੀਨ ਨਹੀਂ ਹੈ, ਉਹਨੇ ਠੇਕੇ ਤੇ ਲਈ ਹੈ, ਤੇ ਉਹਨੂੰ ਉਸੇ ਦਾ ਮੁਆਵਜ਼ਾ ਲੈਣ ਲਈ ਸਰਕਾਰ ਜਿਹੜੀ ਸਹਾਇਤਾ ਸਰਕਾਰ ਨੇ ਦੇਣੀ ਹੈ, ਜਿਹੜਾ ਟੈਕਸ ਅਸੀਂ ਹਰ ਚੀਜ਼ ਤੇ ਦਿੰਨੇ ਆ, ਉਹੀ ਟੈਕਸ ਉਹਨਾਂ ਨੇ ਵਾਪਸ ਕਰਨਾ ਤੇ ਉਹਦੇ ਲਈ ਉਹਨਾਂ ਨੂੰ ਸਾਲ 2 ਸਾਲ ਵੇਟ ਕਰਨੀ ਪੈਂਦੀ ਹੈ। ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਗਲਤ ਹੋ ਰਿਹਾ, ਹਰ ਪਾਸੇ ਗਲਤ ਹੋ ਰਿਹਾ। ਤੇ ਉਸ ਖਿੱਤੇ ਦੇ ਵਿੱਚ ਮਲੋਟ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਉਹਨਾਂ ਏਰੀਆ ਦੇ ਵਿੱਚ ਇਹ ਹਰ ਸਾਲ ਹੁੰਦਾ ਹੈ ਤੇ ਸਰਕਾਰ ਨੂੰ ਇਹਦੇ ਲਈ ਕੋਈ ਪੱਕਾ ਪ੍ਰਬੰਧ ਕਰਨਾ ਚਾਹੀਦਾ। ਸਰ, ਕਿਸਾਨਾਂ ਦਾ ਕਹਿਣਾ ਹੈ ਕਿ ਮੁਆਵਜ਼ੇ ਜਿਹੜੇ ਦਿੱਤੇ ਜਾਣਗੇ ਉਹ ਤਾਂ ਬਾਅਦ ਦੀ ਗੱਲ ਹੈ, ਪਰ ਜਿਹੜੇ ਸਰਕਾਰੀ ਅੰਕੜੇ ਨੇ ਉਹੀ ਠੀਕ ਨਹੀਂ ਦਰਜ ਕੀਤੇ ਗਏ। ਬਿਲਕੁਲ, ਉਹ ਦੇਖੋ ਹੁਣ ਸਵਾਲ ਇਹੀ ਹੈ, ਆંકੜੇ ਜਿਹਨੇ ਦੇਣੇ ਆ ਪਟਵਾਰੀਆਂ ਨੇ ਦੇਖਣੇ ਆ, ਜਾ ਕੇ ਉਹਨਾਂ ਨੇ ਗਰਦੌਰੀਆਂ ਕਰਨੀਆਂ। ਗਰਦੌਰੀ ਸ਼ਬਦ ਵਰਤਿਆ ਜਾਂਦਾ ਵੀ ਜਾ ਕੇ ਫਿਜ਼ੀਕਲੀ ਜਾ ਕੇ ਉਸ ਚੀਜ਼ ਨੂੰ ਦੇਖਿਆ ਜਾਵੇ, ਜਾਂਚਿਆ ਜਾਵੇ ਤੇ ਦੱਸਿਆ ਜਾਵੇ ਕਿ ਜੀ ਆਹ 15 ਏਕੜ ਜ਼ਮੀਨ ਸੀ, 15 ਏਕੜ ਦੇ ਵਿੱਚੋਂ 5 ਏਕੜ ਤਾਂ ਠੀਕ ਹੈ, 10 ਏਕੜ ਦਾ ਨੁਕਸਾਨ ਹੋਇਆ। ਉਹ ਜਾ ਕੇ ਦੱਸਣਾ, ਉਹਨੂੰ ਕਹਿੰਦੇ ਆ ਗਰਦੌਰੀ ਕਰਨਾ। ਉਹ ਗਰਦੌਰੀ ਕਰਨ ਵਾਲੇ ਜਦੋਂ ਆਪ ਹੀ ਨਹੀਂ ਨਿਕਲਦੇ, ਜਿਹੜੇ ਵੀ ਅਫਸਰ ਹੋਣ, ਚਾਹੇ ਜਿੰਨਾ ਮਹਿਕਮਿਆਂ ਦੀ ਡਿਊਟੀ ਲੱਗੀ ਹੋਵੇ, ਵਿੱਚੇ ਪੰਚਾਇਤ ਮਹਿਕਮੇ ਹੁੰਦੇ ਆ, ਵਿੱਚੇ ਹੋਰ ਵੀ ਰੈਵਨਿਊ ਮਹਿਕਮੇ ਦੇ ਵੀ ਅਫਸਰ ਹੁੰਦੇ ਆ, ਤੇ ਕਿਉਂਕਿ ਪੈਸਾ ਉੱਥੋਂ ਹੀ ਆਉਣਾ, ਤਾਂ ਉਹ ਜਿਹੜੇ ਅਫਸਰ ਹੈ ਉਹ ਨਿਕਲੇ ਬਿਨਾਂ ਹੀ ਜਦੋਂ ਆਪਦੇ ਦਫ਼ਤਰ 'ਚ ਬੈਠੇ ਜਾਂ ਆਪਦੇ ਘਰ 'ਚ ਬੈਠੇ ਹੀ ਅੰਦਾਜ਼ਾ ਦੇ ਦੇਣਗੇ ਕਿ ਜੀ ਮੇਰੇ ਹਲਕੇ ਦੇ ਵਿੱਚ ਜਾਂ ਮੇਰੀ ਜੁਰਿਸਡਿਕਸ਼ਨ ਦੇ ਵਿੱਚ ਇੰਨੇ ਏਕੜ ਹੀ ਜ਼ਮੀਨ ਖਰਾਬ ਹੋਈ ਹੈ। ਉਹ ਤਾਂ ਉਹਨਾਂ ਨੇ ਆંકੜਾ ਦੇਤਾ, ਪਰ ਜ਼ਮੀਨੀ ਪੱਧਰ ਤੇ ਕਿਸਾਨ ਕਹਿੰਦੇ ਆ ਕਿ ਵੱਧ ਜ਼ਮੀਨ ਖਰਾਬ ਹੋਈ ਹੈ। ਹੁਣ ਇਹੀ ਰੌਲਾ ਪਹਿਲਾਂ ਵੀ ਚੱਲਦਾ ਰਿਹਾ ਲੋਕਾਂ ਦਾ। ਕਿਸਾਨ ਤਾਂ ਹੀ ਤਾਂ ਕਿਸਾਨ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੰਦੇ ਆ, ਤਾਂ ਹੀ ਤਾਂ ਉਹ ਸੀਐਮ ਮੁਰਦਾਬਾਦ ਦੇ ਨਾਅਰੇ ਲਾਉਂਦੇ ਆ, ਕਿਉਂਕਿ ਸੀਐਮ ਨੇ ਤਾਂ ਨਹੀਂ ਜਾ ਕੇ ਗਰਦੌਰੀ ਕਰਨੀ ਹੈ ਜਾ ਕੇ ਜਿਹੜਾ ਜ਼ਮੀਨੀ ਪੱਧਰ ਤੇ ਕੰਮ ਕਰ ਰਿਹਾ ਅਫਸਰ ਉਹਨੇ। ਹੁਣ ਉਹਨਾਂ ਦੇ ਵਿੱਚ ਇੰਨੀ ਆਸਾਨੀ, ਇੰਨਾ ਆਰਾਮ ਆਇਆ ਹੋਇਆ, ਹੱਡਾਂ 'ਚ ਆਰਾਮ ਬੈਠਿਆ ਹੋਇਆ ਕਿ ਜੀ ਤੁਸੀਂ ਜਾਣਾ ਹੀ ਨਹੀਂ, ਤੇ ਜਾਏ ਬਿਨਾਂ ਹੀ ਤੁਸੀਂ ਆਰਾਮ ਨਾਲ ਲਿਖ ਦਿਓ ਆਪਦੇ ਕਾਗਜ਼ਾਂ 'ਤੇ ਕਿ ਹਾਂ ਯਾਰ ਕਿਸੇ ਨੂੰ ਪੁੱਛ ਲਓ, ਜਾਂ ਆਪਦੇ ਜੂਨੀਅਰਸ ਨੂੰ ਕਿਸੇ ਨੂੰ ਕਹਿ ਦਿਓ ਕਿ ਜੀ ਅੱਛਾ ਕਿੰਨਾ ਕੁ ਏਕੜ ਹੋਊਗਾ, ਉਹਦੇ 'ਚ ਕਿੰਨੇ ਖਰਾਬ ਹੋਣੀਆਂ, ਉਹ ਲਿਖਤਾ। ਇੱਕ ਪਾਸੇ ਇਹ ਵੀ ਦੇਖਣਾ ਬਣਦਾ ਵੀ ਜੋ ਕਿਸਾਨ ਕਹਿ ਰਹੇ ਕਿਤੇ ਉਹ ਵੱਧ ਮੁਆਵਜ਼ਾ ਲੈਣ ਵਾਸਤੇ ਤਾਂ ਨਹੀਂ ਕਹਿ ਰਹੇ, ਦੂਜੇ ਪਾਸੇ ਇਹ ਵੀ ਕਿ ਉਹ ਕਿਤੇ ਕਿਸਾਨਾਂ ਦੀ ਜ਼ਮੀਨ ਵੱਧ ਲਿਖਾਉਣ ਦੇ ਲਈ ਉਹ ਕਿਤੇ ਪੈਸੇ ਤਾਂ ਨਹੀਂ ਭਾਲ ਰਹੇ। ਬੀਤੇ ਸਮੇਂ ਦੇ ਵਿੱਚ ਇਹ ਵੀ ਹੁੰਦਾ ਰਿਹਾ ਕਿ ਜਿਹਦੀ 2 ਏਕੜ ਜ਼ਮੀਨ ਖਰਾਬ ਹੋਈ ਹੈ, 2 ਏਕੜ ਦੀ ਫਸਲ ਖਰਾਬ ਹੋਈ ਹੈ, ਉਹਦੀ 20 ਏਕੜ ਲਿਖਤੀ ਤਾਂ ਕਿ ਉਹਨੂੰ ਵੱਧ ਪੈਸਾ ਮਿਲ ਜੇ ਤੇ ਉਹਦੇ ਤੋਂ ਪੈਸੇ ਲੈ ਲੇ। ਇਹ ਵੀ ਇੱਕ ਕਰਪਸ਼ਨ ਦਾ ਮੋਡ ਰਿਹਾ, ਤੇ ਉਹੀ ਕਰਪਸ਼ਨ ਦਾ ਮੋਡ ਹੁਣ ਅੱਗੇ ਵੀ ਉਹਨਾਂ ਨੂੰ ਸ਼ਾਇਦ ਉਮੀਦ ਹੁੰਦੀ ਹੈ ਕਿ ਜੀ ਜਿਹਦੀ 20 ਏਕੜ ਵੀ ਖਰਾਬ ਹੋਈ ਹੈ ਤੇ ਉਹਨੂੰ ਵੀ ਕਹਿ ਦਿਓ ਵੀ ਨਹੀਂ ਤੇਰੀ 10 ਏਕੜ ਲਿਖਾਂਗੇ ਅਸੀਂ, ਅਦਰਵਾਈਜ਼ ਤੂੰ ਮੈਨੂੰ ਕੁਛ ਨਾ ਕੁਛ ਦੇ। ਹੁਣ ਜਿਹਦੀ ਫਸਲ ਵੀ ਖਰਾਬ ਹੋ ਗਈ ਔਰ ਉਹਦਾ ਨੁਕਸਾਨ ਵੀ ਹੋ ਗਿਆ, ਉਹਦਾ ਮੁਆਵਜ਼ਾ ਲੈਣ ਲਈ ਵੀ ਉਹਨੂੰ ਰਿਸ਼ਵਤ ਦੇਣੀ ਪਈ, ਤਾਂ ਉਹ ਲੋਕ ਸਿਸਟਮ ਤੇ ਭਰੋਸਾ ਕਿਵੇਂ ਕਰਨਗੇ, ਉਹ ਸਰਕਾਰ ਤੇ ਭਰੋਸਾ ਕਿਵੇਂ ਕਰਨਗੇ। ਹੁਣ ਇਹੀ ਵੱਡਾ ਸਵਾਲ ਹੈ ਕਿ ਸਾਡੇ ਸਿਸਟਮ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਹੈ ਉਹ ਕਰਪਸ਼ਨ ਹੀ ਹੈ। ਕਰਪਸ਼ਨ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਸਰਕਾਰ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਪੰਜਾਬ ਨੂੰ ਕਰਪਸ਼ਨ ਫ੍ਰੀ ਬਣਾਵਾਂਗੇ, ਜ਼ੀਰੋ ਟੋਲਰੈਂਸ ਪੋਲਿਸੀ ਰੱਖਾਂਗੇ, ਤੇ ਪਰ ਉਹ ਜ਼ਮੀਨੀ ਪੱਧਰ ਤੇ ਆਉਣ ਤੱਕ ਹਜੇ ਬਹੁਤ ਸਮਾਂ ਲੱਗੇਗਾ ਐਗਜ਼ੀਕਿਊਸ਼ਨ। ਮੈਂ ਕਹਿੰਦਾ ਕਿ ਜੇ 5 ਸਾਲ ਦੇ ਟੈਨਿਓਰ ਦੇ ਵਿੱਚ ਵੀ ਇਹ ਕਰ ਪਾਉਣ ਤਾਂ ਗਨੀਮਤ ਹੈ, ਕਿਉਂਕਿ ਹਰ ਅਫਸਰ ਨੂੰ, ਹਰ ਇਨਸਾਨ ਨੂੰ ਬਦਲਣਾ, ਹਰ ਇਨਸਾਨ ਦੀ ਸੋਚ ਨੂੰ ਬਦਲਣਾ ਉਹ ਬਹੁਤ ਮੁਸ਼ਕਿਲ ਕੰਮ ਹੈ। ਉਹਦੇ ਲਈ ਉਹਨਾਂ ਦੇ ਵਿੱਚ ਵੜਨਾ ਪਊਗਾ, ਉਹਨਾਂ ਨੂੰ ਵਾਰ-ਵਾਰ ਦੱਸਣਾ ਪਊਗਾ ਕਿ ਇਹ ਕੰਮ ਗਲਤ ਹੈ, ਜੋ ਗਲਤ ਹੈ ਉਹ ਗਲਤ ਹੈ, ਕਿਉਂਕਿ ਕਈ ਲੋਕ ਉਸ ਚੀਜ਼ ਨੂੰ ਆਪਣਾ ਹੱਕ ਮੰਨ ਕੇ ਬੈਠੇ ਆ। ਅੱਜ ਤੋਂ 15-20 ਸਾਲ ਪਿੱਛੇ ਜਾਈਏ ਤਾਂ ਲੋਕਾਂ ਨੂੰ ਬਿਜਲੀ ਚੋਰੀ ਆਪਣਾ ਹੱਕ ਲੱਗਦਾ ਸੀ ਜੀ। ਲੋਕਾਂ ਨੂੰ ਲੱਗਦਾ ਸੀ ਅੱਛਾ ਐਂ ਕਿਵੇਂ ਉਹ ਸਾਡੇ ਮੀਟਰ ਦੀ ਤਾਰ ਕੱਟ ਦੇਣਗੇ। ਜਿਹੜੇ ਬਿਜਲੀ ਮਹਿਕਮੇ ਦੇ ਅਫਸਰ ਜਾਂਦੇ ਸੀ ਉਹਨਾਂ ਨੂੰ ਜਾ ਕੇ ਫੜ ਕੇ ਬੰਨ੍ਹ ਲੈਂਦੇ ਸੀ ਵੀ ਅੱਛਾ ਮੀਟਰ ਲਾ ਕੇ ਦਿਖਾ ਜੀ। ਹੁਣ ਉਹਨਾਂ ਲੋਕਾਂ ਦੇ ਵਿੱਚ ਹੀ ਅਵੇਅਰਨੈਸ ਆਈ ਹੈ। ਹੁਣ ਉਹਨਾਂ ਲੋਕਾਂ ਦੇ ਵਿੱਚ ਹੀ ਉਹਨਾਂ ਦੇ ਜਦੋਂ ਮੀਟਰ ਬਾਹਰ ਕੱਢੇ ਘਰਾਂ ਤੋਂ, ਪੰਜਾਬ ਦੇ ਵਿੱਚ ਕਈ ਸਾਲ ਪਹਿਲਾਂ ਇਹ ਕੰਮ ਹੋ ਚੁੱਕਿਆ ਕਿ ਘਰਾਂ ਦੇ ਵਿੱਚ ਜਿਹੜੇ ਮੀਟਰ ਲੱਗੇ ਹੁੰਦੇ ਸੀ ਉਹ ਘਰ ਗਲੀ ਦੇ ਬਾਹਰ, ਮੋੜ ਤੇ, ਮੁਹੱਲੇ ਦੇ ਬਾਹਰ, ਉੱਥੇ ਇੱਕ ਖੰਭੇ ਤੇ ਸਾਰੇ ਮੀਟਰ ਇਕੱਠੇ ਲਗਾਤੇ ਆ ਤਾਂ ਕਿ ਬਿਜਲੀ ਚੋਰੀ ਨਾ ਹੋਵੇ ਜੀ। ਤੇ ਲੋਕਾਂ ਨੇ ਆਰਾਮ ਨਾਲ ਅਸੈਪਟ ਕੀਤਾ, ਲੋਕਾਂ ਨੇ ਸਮਝਿਆ ਉਸ ਚੀਜ਼ ਨੂੰ ਕਿ ਨਹੀਂ ਇਹ ਬਿਜਲੀ ਚੋਰੀ ਠੀਕ ਨਹੀਂ ਸੀ, ਇਹ ਸਾਡਾ ਹੱਕ ਨਹੀਂ ਸੀ, ਬਿਜਲੀ ਦਿੰਦੇ ਆ ਉਹਦੀ ਕੀਮਤ ਅਦਾ ਕਰਨੀ ਆ ਅਸੀਂ। ਤੇ ਉਸੇ ਤਰੀਕੇ ਨਾਲ ਇਹ ਵੀ ਚੀਜ਼ਾਂ ਸਮਝਾਉਣੀਆਂ ਪੈਣਗੀਆਂ ਲੋਕਾਂ ਨੂੰ ਕਿ ਕਰਪਸ਼ਨ ਸਾਡਾ ਹੱਕ ਨਹੀਂ ਹੈ, ਇਹਦੇ ਲਈ ਸਾਨੂੰ ਕੀਮਤ ਪੇ ਕਰਨੀ ਪੈਣੀ ਹੈ। ਤੇ ਕਰਪਸ਼ਨ ਕਿਸੇ ਵੀ ਤਰੀਕੇ ਸਹੀ ਨਹੀਂ ਹੈ, ਕਿਉਂਕਿ ਉਹ ਸਿੱਧੇ ਤਰੀਕੇ ਸਾਨੂੰ ਪ੍ਰਭਾਵਿਤ ਨਹੀਂ ਕਰੂਗੀ ਤਾਂ ਕਿਸੇ ਹੋਰ ਤਰੀਕੇ ਨਾਲ ਕਰੂਗੀ, ਅਸਿੱਧੇ ਤਰੀਕੇ ਨਾਲ ਕਰੂਗੀ।
ਜੇ ਅਸੀਂ ਕਰਪਸ਼ਨ ਕਰਦੇ ਆ, ਮੈਂ ਕਰਪਸ਼ਨ ਕਰਕੇ 50,000 ਰੁਪਇਆ ਵੱਧ ਲੈ ਲਾਂ ਕਿਤੋਂ, ਤਾਂ ਉਹ ਪੈਸਾ ਕਿਹਦੀ ਜੇਬ 'ਚੋਂ ਜਾ ਰਿਹਾ? ਮੇਰੀ ਫੈਮਿਲੀ ਹੈ, ਮੇਰੇ ਪਰਿਵਾਰ ਹੈ, ਮੇਰੇ ਦੋਸਤ ਹੈਗੇ ਆ, ਮੇਰੇ ਆਸ-ਪਾਸ ਦੇ ਲੋਕ ਹੈ, ਸਾਰੇ ਲੋਕ ਟੈਕਸ ਭਰ ਰਹੇ ਆ, ਸਾਰੇ ਟੈਕਸ ਪੇਈ ਹੈ। ਉਹ ਚਾਹੇ ਉਹਦੀ ਲੀਗਲ ਏਜ ਹੈ ਜਾਂ ਨਹੀਂ ਹੈ, ਬੱਚੇ ਨੇ ਇੱਕ ਟੌਫੀ ਵੀ ਖਰੀਦਣੀ ਹੈ, ਉਸ ਟੌਫੀ ਤੇ ਵੀ ਅਸੀਂ ਟੈਕਸ ਪੇ ਕੀਤਾ ਹੋਇਆ। ਜੇ ਅਸੀਂ ਕੋਈ ਚੀਜ਼ ਵੇਚਣੀ ਹੈ ਉਹਦੇ ਤੇ ਵੀ ਅਸੀਂ ਟੈਕਸ ਪੇ ਕਰਦੇ ਹਾਂ। ਅਲਟੀਮੇਟਲੀ ਦੈਟ ਇਜ਼ ਗੋਇੰਗ ਟੂ ਅਫੈਕਟ ਯੋਰ ਲਾਈਫ। ਬਿਲਕੁਲ। ਤੇ ਉਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ ਕਿ ਇਹ ਸਾਡੀ ਹੀ ਸੁਸਾਇਟੀ ਹੈ, ਅਸੀਂ ਆਪਸ ਹੀ ਇੱਕ ਦੂਜੇ ਨੂੰ ਲੁੱਟ ਕੇ ਖੁਸ਼ ਹੋ ਰਹੇ ਹਾਂ। ਤੇ ਉਹ ਚੀਜ਼ ਜਦੋਂ ਅਸੀਂ ਸਮਝਾਂਗੇ ਤਾਂ ਹੀ ਉਹਦਾ ਪ੍ਰਭਾਵ ਘਟੂਗਾ, ਕਿਤੇ ਨਾ ਕਿਤੇ ਸੋਚ ਬਦਲੂਗੀ। ਤੇ ਮੈਂ ਉਮੀਦ ਕਰਦਾ ਕਿ ਜੇ ਅਸੀਂ ਇੱਕ ਪਾਸੇ ਪੂਰਾ ਜ਼ੋਰ ਦੇ ਕੇ ਵੀ ਬਾਕੀ ਕੰਮ ਦਾ ਨਾਲ ਨਾਲ ਚੱਲਦੇ ਰਹਿਣ, ਪਰ ਇਹ ਟਾਰਗੇਟ ਕਰੀਏ ਕਿ ਅਸੀਂ ਕਰਪਸ਼ਨ ਨੂੰ ਬਿਲਕੁਲ ਜੜੋਂ ਖਤਮ ਕਰਨਾ ਹੈ, ਤੇ ਪੂਰੇ ਜੇ 10 ਸਾਲ ਵੀ ਅਸੀਂ ਲੱਗੀਏ ਨਾ ਇਸ ਚੀਜ਼ ਤੇ, ਤਾਂ ਹੋ ਸਕਦਾ ਕਿ 10 ਸਾਲਾਂ ਦੇ ਵਿੱਚ ਅਸੀਂ ਕਿਤੇ ਨੇੜੇ ਤੇੜੇ ਪਹੁੰਚ ਸਕੀਏ। ਜੀ ਸਰ, ਅਗਲਾ ਸਵਾਲ, ਜਦੋਂ ਅਸੀਂ ਸਪੋਰਟਸ ਦੀ ਜਾਂ ਸਪੋਰਟਸ ਪਰਸਨ ਦੀ ਗੱਲ ਕਰਦੇ ਹਾਂ ਤਾਂ ਹੈਲਥ ਨੂੰ ਸਭ ਤੋਂ ਵੱਧ ਇੰਪੋਰਟੈਂਸ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿੱਚ 골ਡ ਮੈਡਲ ਵਿਨਰ ਖਿਡਾਰੀ ਹੈ ਜਿਹੜਾ, ਉਹ ਨਸ਼ਿਆਂ ਦੀ ਭੇਟ ਚੜਿਆ। ਸੋ ਹੂ ਇਜ਼ ਟੂ ਬੀ ਬਲੇਮ? ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਦੇਖੋ, ਜਿਹੜਾ ਵੀ ਖਿਡਾਰੀ ਨਸ਼ਿਆਂ ਦੀ ਭੇਟ ਚੜਿਆ, ਪਹਿਲੀ ਗੱਲ ਤਾਂ ਅਸੀਂ ਉਹਨੂੰ ਕਿਸੇ ਵੀ ਤਰੀਕੇ ਜਸਟੀਫਾਈ ਨਹੀਂ ਕਰ ਸਕਦੇ ਕਿ ਜੀ ਜੇ ਤੁਹਾਡੇ ਕੋਲ ਰੋਜ਼ਗਾਰ ਨਹੀਂ ਹੈ ਜਾਂ ਤੁਹਾਡੇ ਕੋਲ ਜਾਂ ਈਜ਼ੀਲੀ ਅਵੇਲੇਬਲ ਹੈ ਡਰੱਗਸ, ਜਾਂ ਈਜ਼ੀਲੀ ਅਵੇਲੇਬਲ ਹੈ, ਮਤਲਬ ਉਹ ਮੋਰਲੀ ਹੀ ਗਲਤ ਹੈ ਜੀ। ਜੇ ਮੈਂ ਇਹ ਬਹਾਨਾ ਬਣਾਵਾਂ ਕਿ ਮੇਰੇ ਕੋਲ ਤਾਂ ਰੋਜ਼ਗਾਰ ਨਹੀਂ ਹੈ ਜਾਂ ਮੇਰੇ ਕੋਲ ਦੁੱਖ ਹੈ, ਮੈਨੂੰ ਮੇਰੇ ਕੋਲ ਐਜੂਕੇਸ਼ਨ ਨਹੀਂ ਹੈ, ਤਾਂ ਮੈਂ ਤਾਂ ਡਰੱਗਸ ਲੈ ਰਿਹਾ, ਇਹ ਕੋਈ ਬਹਾਨਾ ਨਹੀਂ ਹੁੰਦਾ। ਤੇ ਡਰੱਗਸ ਲੈਣਾ ਤਾਂ ਬਿਲਕੁਲ ਹੀ ਗਲਤ ਹੈ, ਮੋਰਲੀ ਗਲਤ ਹੈ, ਤੇ ਡਰੱਗਸ ਅਵੇਲੇਬਲ ਕਰਵਾਉਣਾ ਵੀ ਗਲਤ ਹੈ। ਪਹਿਲੀ ਗੱਲ ਤਾਂ ਉਹਨੂੰ ਕੰਡੈਮ ਕਰਨਾ ਚਾਹੀਦਾ ਕਿ ਜੀ ਉਹਨਾਂ ਨੇ ਡਰੱਗਸ ਲਈ ਤਾਂ ਉਹ ਗਲਤੀ ਸੀ। ਦੂਜੀ ਗੱਲ ਕਿ ਡਰੱਗਸ ਕਿਉਂ ਲਈਆਂ ਜਾਂਦੀਆਂ, ਪਹਿਲੀ ਗੱਲ ਅਵੇਲੇਬਿਲਟੀ ਹੁੰਦੀ ਹੈ, ਤੇ ਦੂਜੀ ਗੱਲ ਕਿ ਲੋਕਾਂ ਦਾ ਦਿਮਾਗ ਉੱਥੋਂ ਤੱਕ ਪਹੁੰਚਦਾ ਕਿਉਂਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ। ਇਹ ਵੀ ਪ੍ਰੋਬਲਮ ਹੈ ਵੱਡੀ। ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਝੋਨੇ ਦਾ ਸੀਜ਼ਨ ਸੀ, ਪੰਜਾਬ ਦੇ ਕਈ ਖਿਡਾਰੀ, ਕਈ ਪਹਿਲਵਾਨ ਕੁੜੀਆਂ, ਕਈ ਇੰਟੈਲੀਜੈਂਟ ਕੁੜੀਆਂ, 골ਡ ਮੈਡਲਿਸਟ ਸੀਗੀਆਂ ਜਿਹੜੀਆਂ ਨੈਸ਼ਨਲ ਗੇਮਸ ਦੇ ਵਿੱਚ ਉਹ ਝੋਨਾ ਲਾਉਂਦੀਆਂ ਦੇਖੀਆਂ ਗਈਆਂ, ਖੇਤਾਂ ਦੇ ਵਿੱਚ ਮਜ਼ਦੂਰੀ ਕਰਦੀਆਂ। ਪਿਛਲੇ ਕੁਝ ਦਿਨਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇੱਕ ਖਬਰ ਚੱਲ ਰਹੀ ਸੀ, ਇੱਕ ਸਟੋਰੀ ਚੱਲ ਰਹੀ ਸੀ ਇੱਕ ਕੁੜੀ ਦੇ ਲਈ ਕਿ ਉਹ ਪਹਿਲਵਾਨ ਹੈ, ਕੁੜੀ ਪਹਿਲਵਾਨੀ ਕਰਦੀ ਹੈ ਔਰ ਵਧੀਆ ਸਪੋਰਟਸ ਪਰਸਨ ਹੈ। ਉਹਨੂੰ ਆਪਣੀ ਡਾਈਟ ਦੇ ਲਈ ਵੀ, ਆਪਣੀ ਡਾਈਟ ਪੂਰੀ ਕਰਨੀ ਆ, ਉਹਦੇ ਲਈ ਉਹ ਲੇਬਰ ਕਰਦੀ ਹੈ, ਉਹ ਮਜ਼ਦੂਰੀ ਕਰਦੀ ਹੈ, ਤੇ ਮਜ਼ਦੂਰੀ ਕਰਕੇ ਆਪਣੀ ਡਾਈਟ ਪੂਰੀ ਕਰਦੀ ਹੈ ਤਾਂ ਕਿ ਉਹ ਆਪਣੇ ਸ਼ੌਕ ਨੂੰ, ਆਪਣੇ ਸਪੋਰਟਸ ਨੂੰ ਪਰਸਿਊ ਕਰ ਸਕੇ। ਹੁਣ ਇਹ ਹਾਲਾਤ ਜਦੋਂ ਸਪੋਰਟਸਮੈਨ ਦੇ ਆਉਂਦੇ ਆ, ਸਪੋਰਟਸ ਪਰਸਨ ਦੇ ਆਉਂਦੇ ਆ ਕਿਸੇ ਸਟੇਟ ਦੇ ਵਿੱਚ, ਤਾਂ ਸਿੱਧੇ ਤੌਰ ਤੇ ਸਟੇਟ ਜ਼ਿੰਮੇਵਾਰ ਹੈ, ਬਿਲਕੁਲ ਸਟੇਟ ਗਵਰਨਮੈਂਟ ਜ਼ਿੰਮੇਵਾਰ ਹੈ। ਅਸੀਂ ਆਪਣੇ ਹੀਰਿਆਂ ਨੂੰ, ਜਿਹੜੇ ਮਿਹਨਤ ਕਰਕੇ ਜਿਨ੍ਹਾਂ ਨੇ ਸਾਡਾ ਨਾਮ ਚਮਕਾਉਣਾ ਹੈ ਪੂਰੀ ਦੁਨੀਆ ਦੇ ਵਿੱਚ, ਹਰਿਆਣਾ ਕਿਵੇਂ ਅੱਗੇ ਆ, ਹਰਿਆਣਾ ਦੇ ਸਪੋਰਟਸ ਪਰਸਨ ਕਿਵੇਂ ਅੱਗੇ ਜਾ ਰਹੇ ਆ? ਹਾਲਾਂਕਿ ਸਾਡੇ ਨੇਸ਼ਨ ਦੀ ਸਭ ਤੋਂ ਵੱਡੀ ਸਪੋਰਟਸ ਅਕੈਡਮੀ ਪਟਿਆਲਾ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੈ, ਪਰ ਫਿਰ ਵੀ ਪੰਜਾਬ ਦੇ ਵਿੱਚੋਂ ਅਸੀਂ ਓਲੰਪੀਅਨਸ ਨਹੀਂ ਕੱਢ ਪਾ ਰਹੇ ਚੰਗੇ। ਅਸੀਂ ਜਿਹੜੇ ਪੇਸ ਤੇ ਓਲੰਪੀਅਨਸ ਆਉਣੇ ਚਾਹੀਦੇ ਸੀ, ਜਿਹੜੇ ਪੇਸ ਤੇ ਸਪੋਰਟਸ ਪਰਸਨ ਆਉਣੇ ਚਾਹੀਦੇ ਸੀ, ਜਿਹੜੀ ਗਿਣਤੀ 'ਚ ਆਉਣੇ ਚਾਹੀਦੇ ਸੀ, ਆ ਨਹੀਂ ਰਹੇ ਕਿਉਂਕਿ ਅਸੀਂ ਉਹਨਾਂ ਨੂੰ ਪ੍ਰੋਤਸਾਹਿਤ ਹੀ ਨਹੀਂ ਕਰ ਰਹੇ। ਬੇਸਿਕ ਨੈਸੈਸਿਟੀਜ਼ ਨਹੀਂ ਪ੍ਰੋਵਾਈਡ ਕਰ ਰਹੇ ਲੋਕਾਂ ਨੂੰ। ਪਿੰਡਾਂ ਦੇ ਵਿੱਚ ਫੁੱਟਬਾਲ ਦੇ ਗਰਾਊਂਡ ਬਣੇ ਹੁੰਦੇ ਸੀ। ਵਿਧਾਨ ਸਭਾ ਦੀ ਗੱਲ ਹੈ, ਲਾਭ ਸਿੰਘ ਉਗੋਕੇ ਜੋ ਭਦੌੜ ਦੇ MLA ਨੇ, ਉਹਨਾਂ ਨੇ ਆਪਦੇ ਹੀ ਮੰਤਰੀ ਤੋਂ ਸਵਾਲ ਕੀਤਾ ਸੀ ਕਿ ਜੀ ਭਦੌੜ ਦੇ ਵਿੱਚ ਸਾਡੇ ਸਪੋਰਟਸ ਕੰਪਲੈਕਸ ਨਹੀਂ ਹੈ, ਤੇ ਮੰਤਰੀ ਨੇ ਜਵਾਬ ਦਿੱਤਾ ਜੀ ਭਦੌੜ ਦੇ ਵਿੱਚ ਹੈ ਸਪੋਰਟਸ ਕੰਪਲੈਕਸ। ਤੇ ਫਿਰ ਉਹਨਾਂ ਨੇ ਜਵਾਬ ਦਿੱਤਾ ਕਿ ਜੀ ਸਪੋਰਟਸ ਕੰਪਲੈਕਸ ਹੈ, ਪਰ ਤੁਸੀਂ ਉੱਥੇ ਵਿਜ਼ਿਟ ਕਰਕੇ ਦੇਖੋ, ਉਹ ਸਿਰਫ ਨਾਮ ਦਾ ਸਪੋਰਟਸ ਕੰਪਲੈਕਸ ਹੈ ਔਰ ਭਦੌੜ ਦੇ ਇੱਕ ਕੋਨੇ ਤੇ ਹੈ। 70 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੋਈ ਉੱਥੇ ਨਹੀਂ ਜਾਊਗਾ, ਤੇ ਉਹ ਇੰਨੇ ਬੁਰੇ ਹਾਲਾਤ ਦੇ ਵਿੱਚ ਹੈ ਜਿਹਨੂੰ ਸੁਧਾਰਨਾ ਜ਼ਰੂਰੀ ਹੈ। ਤੇ ਉਮੀਦ ਹੈ ਕਿ ਉਹ ਸੁਧਰੂਗਾ ਵੀ। ਪਰ ਇਹੋ ਜਿਹੇ ਕਿੰਨੇ ਸਪੋਰਟਸ ਕੰਪਲੈਕਸ ਬਣਾਏ ਗਏ, ਕਿੰਨਾ ਖਰਚਾ ਕੀਤਾ ਗਿਆ, ਕਰੋੜਾਂ ਰੁਪਏ ਖਰਚ ਕੀਤੇ ਗਏ ਆ ਸਪੋਰਟਸ ਦੇ ਨਾਮ ਤੇ, ਹਰ ਸਾਲ ਕੀਤੇ ਜਾ ਰਹੇ ਆ, ਤੇ ਉਹ ਪੈਸਾ ਜਾਂਦਾ ਕਿੱਥੇ ਹੈ? ਉਹ ਕਿਹਦੀਆਂ ਜੇਬਾਂ ਭਰਦਾ ਹੈ? ਉਹਦਾ ਲਾਭ ਕਿਹਨੂੰ ਮਿਲਦਾ ਹੈ? ਉਹ ਸਾਨੂੰ ਦੇਖਣਾ ਪਊਗਾ, ਸਰਕਾਰ ਨੂੰ ਦੇਖਣਾ ਪਊਗਾ। ਬੱਚਿਆਂ ਨੂੰ ਸਪੋਰਟਸ ਕਿੱਟ ਨਹੀਂ ਅਵੇਲੇਬਲ ਹੁੰਦੀ। ਬੱਚਿਆਂ ਨੇ ਪਿੰਡੋਂ ਪਿੰਡ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਵਾਲੀਬਾਲ ਦੇ ਗਰਾਊਂਡ ਬਣਾਏ ਆ, ਨੈੱਟ ਲਗਾਏ ਆ, ਬਾਲਸ ਖਰੀਦੀਆਂ, ਤੇ ਉਹ ਕੋਸ਼ਿਸ਼ ਕਰ ਰਹੇ ਆ ਲੋਕ ਕਿ ਸਪੋਰਟਸ ਨੂੰ ਬਚਾਇਆ ਜਾਵੇ। ਜਿਹੜੇ ਬਚਾਉਣ ਜੋਗੇ ਹੈਗੇ ਆ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਜਿਨ੍ਹਾਂ ਕੋਲ ਉਹ ਪੈਸਾ ਹੈ ਨਹੀਂ, ਉਹ ਕੀ ਕਰਨਗੇ? ਉਹ ਮਜ਼ਦੂਰੀ ਕਰਦੇ ਆ, ਦਿਹਾੜੀਆਂ ਕਰਦੇ ਆ, ਮੋਰਲ ਡਾਊਨ ਹੁੰਦਾ ਤੇ ਤੁਹਾਨੂੰ ਲੱਗਦਾ ਕਿ ਯਾਰ ਜ਼ਿੰਦਗੀ 'ਚ ਕੁਛ ਨਹੀਂ ਹੈ।
ਉਹ ਫਿਰ ਕਿਤੇ ਨਾ ਕਿਤੇ ਇਹਨਾਂ ਰਾਹਾਂ ਤੇ ਪੈਂਦੇ ਆ। ਫਿਰ ਡਰੱਗਸ ਅਵੇਲੇਬਲ ਹੁੰਦੀਆਂ ਜਦੋਂ ਤੁਹਾਡਾ ਮਾਨਸਿਕ ਸੰਤੁਲਨ ਕਿਵੇਂ ਵਿਗੜਦਾ ਹੈ। ਤੁਸੀਂ ਬੈਠੇ ਹੋ, ਤੁਹਾਨੂੰ ਪਤਾ ਹੈ ਕਿ ਮੈਂ ਇਸ ਲੈਵਲ ਦਾ, ਇਸ ਦਰਜੇ ਦਾ ਕੰਮ ਕਰ ਸਕਦਾ ਜਾਂ ਕਰ ਸਕਦੀ ਹਾਂ, ਪਰ ਤੁਹਾਨੂੰ ਉਸ ਦਰਜੇ ਦਾ ਕੰਮ ਮਿਲ ਹੀ ਨਹੀਂ ਰਿਹਾ ਜੀ। ਤੁਹਾਨੂੰ ਕਰਨਾ ਪੈ ਰਿਹਾ ਉਸ ਤੋਂ ਹੇਠਲੇ ਦਰਜੇ ਦਾ ਕੰਮ, ਜਦੋਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਤੋਂ ਵੱਧ ਕਾਬਲੀਅਤ ਰੱਖਦੇ ਹੋ। ਤੇ ਉਦੋਂ ਤੁਹਾਨੂੰ ਦੁੱਖ ਹੁੰਦਾ। ਉਸ ਦੁੱਖ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੋਈ ਅਵੇਲੇਬਿਲਿਟੀ ਹੁੰਦੀ ਹੈ ਤੇ ਕੋਈ ਡਰੱਗ ਅਵੇਲੇਬਲ ਕਰਵਾਉਂਦਾ। ਉਹ ਇੱਕ ਵਾਰੀ 2 ਵਾਰੀ ਤੁਹਾਨੂੰ ਰਿਲੀਫ ਦਿੰਦਾ, ਉਸ ਤੋਂ ਬਾਅਦ ਤੁਹਾਨੂੰ ਆਦਤ ਪੈਂਦੀ ਹੈ, ਤੋੜ ਲੱਗਦੀ ਹੈ, ਸਰੀਰ ਮੰਗਦਾ ਤੇ ਫਿਰ ਤੁਸੀਂ ਉਹਨੂੰ ਪੂਰਾ ਕਰਨ ਦੇ ਲਈ ਐਡਿਕਟਡ ਹੋ ਜਾਂਦੇ ਹੋ। ਫਿਰ ਉਸੇ ਐਡਿਕਸ਼ਨ ਦੇ ਵਿੱਚ ਤੁਸੀਂ ਆਪਣੇ ਰੋਸ ਨੂੰ ਜ਼ਾਹਿਰ ਨਹੀਂ ਕਰ ਪਾਉਂਦੇ, ਲੋਕਾਂ ਨੂੰ ਨਹੀਂ ਦੱਸ ਪਾਉਂਦੇ, ਕਿਤੇ ਉਹ ਗੁੱਸਾ ਕੱਢ ਨਹੀਂ ਪਾਉਂਦੇ। ਉਹ ਗੁੱਸਾ ਤੁਹਾਡਾ ਆਪਣੇ ਸਰੀਰ ਤੇ ਨਿਕਲਦਾ ਤੇ ਅਲਟੀਮੇਟਲੀ ਇਹ ਹੁੰਦਾ ਕਿ ਕਿਸੇ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ। ਸਰ, ਇਹ ਤਾਂ ਤੁਸੀਂ ਜਿਹੜੀ ਗੱਲਾਂ ਕੀਤੀ ਇਹ ਤਾਂ ਪ੍ਰਸ਼ਾਸਨ ਜਾਂ ਅਥਾਰਟੀਜ਼ ਲਈ ਹਦਾਇਤਾਂ ਹੋ ਗਈਆਂ ਨਾ ਵੀ ਆਹ ਕੁਝ ਕਰਨਾ ਚਾਹੀਦਾ ਸਪੋਰਟਸ ਪਰਸਨ ਨੂੰ ਮੋਟੀਵੇਟ ਕਰਨ ਲਈ। ਐਜ਼ ਐਨ ਇੰਡੀਵਿਜੂਅਲ ਤੇ ਐਜ਼ ਐਨ ਸਪੋਰਟਸ ਪਰਸਨ ਕੀ ਰਿਸਪੌਂਸਿਬਿਲਿਟੀ ਬਣਦੀ ਹੈ ਸਰ, ਕੀ ਮੋਰਲ ਡਿਊਟੀ ਬਣਦੀ ਹੈ? ਦੇਖੋ, ਐਜ਼ ਅ ਸਪੋਰਟਸ ਪਰਸਨ ਵੀ ਅਸੀਂ ਗੱਲ ਕਰਾਂਗੇ, ਪਰ ਮੈਨੂੰ ਲੱਗਦਾ ਕਿ ਐਜ਼ ਐਨ ਇੰਡੀਵਿਜੂਅਲ ਕਿਸੇ ਵੀ ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਬਣਦਾ ਹੈ। ਤੇ ਸਾਨੂੰ ਇਹ ਜ਼ਰੂਰੀ ਹੈ ਦੇਖਣਾ ਕਿ ਸਾਡੇ ਆਸ-ਪਾਸ ਦੇ ਲੋਕ ਕੀ ਕਰ ਰਹੇ ਹੈ ਤੇ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿਹਨੂੰ ਸਹਾਰਾ ਦਿੱਤਾ ਜਾ ਸਕਦਾ ਹੈ, ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ। ਉਹ ਜਦੋਂ ਦੇਖਾਂਗੇ ਅਸੀਂ ਇੱਕ ਦੂਜੇ ਦਾ ਸਹਾਰਾ ਬਣਾਂਗੇ ਤਾਂ ਹੀ ਸਾਡਾ ਸਮਾਜ ਅੱਗੇ ਆਊਗਾ, ਚੱਕਿਆ ਜਾਊਗਾ। ਹੁਣ ਦੇਖਿਆ ਕੀ ਜਾਂਦਾ, ਪਹਿਲਾਂ ਹੁੰਦਾ ਸੀ ਇਹ ਸ਼ਹਿਰਾਂ ਦੇ ਵਿੱਚ ਗੱਲਾਂ ਹੁੰਦੀਆਂ ਸੀ ਕਿ ਸ਼ਹਿਰਾਂ ਦੇ ਵਿੱਚ ਨਾ ਲੋਕੀ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਚੰਡੀਗੜ੍ਹ ਦੇ ਲਈ ਨਾ ਲੋਕ ਇਹ ਵਰਤਦੇ ਹੁੰਦੇ ਸੀ ਕਿ ਪੱਥਰ ਦਾ ਸ਼ਹਿਰ ਹੈ, ਇੱਥੇ ਲੋਕਾਂ ਨੂੰ ਕਿਸੇ ਨੂੰ ਪੱਥਰ ਦੇ ਲੋਕ ਰਹਿੰਦੇ ਨੇ, ਕਿਸੇ ਨੂੰ ਕਿਸੇ ਨਾਲ ਮਤਲਬ ਨਹੀਂ ਹੈ, ਵੀ ਲੋਕਾਂ ਨੂੰ ਇੱਕ ਦੂਜੇ ਨਾਲ ਕੋਈ ਮਤਲਬ ਨਹੀਂ ਤੇ ਉਹ ਨਾ ਪਰਵਾਹ ਕਰਦੇ ਆ ਕਿਸੇ ਦੀ, ਨਾ ਇੱਕ ਦੂਜੇ ਨੂੰ ਬੁਲਾਉਂਦੇ ਆ। ਉਹ ਕਲਚਰ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਪਹੁੰਚ ਗਿਆ। ਪਿੰਡੋਂ ਪਿੰਡ ਲੋਕੀ ਗਵਾਂਢੀ ਜਮਾਂ ਆਸ-ਪਾਸ ਦੇ ਜਿਹੜੇ ਲੋਕ ਆ, ਉਹ ਜਿਹੜੇ ਵਰ੍ਹਿਆਂ ਤੋਂ ਸਦੀਆਂ ਤੋਂ ਜਿਹੜੇ ਉੱਥੇ ਰਹਿ ਰਹੇ ਆ ਆਪਣੇ, ਉਹਨਾਂ ਦੇ ਦਾਦੇ ਪੜਦਾਦੇ ਵੀ ਉੱਥੇ ਰਹੇ, ਉਹਨਾਂ ਘਰਾਂ ਦੇ ਵਿੱਚ ਹੀ ਸਾਂਝ ਰਹੀ ਉਹਨਾਂ ਦੀ, ਉਹੀ ਇੱਕ ਦੂਜੇ ਤੋਂ ਬਿਲਕੁਲ ਹੀ ਉਹ ਅਲੱਗ ਹੋ ਗਏ। ਉਹ ਜਾਣਦੇ ਨਹੀਂ ਇੱਕ ਦੂਜੇ ਨੂੰ, ਉਹ ਪਛਾਣਦੇ ਨਹੀਂ, ਗੱਲ ਹੀ ਨਹੀਂ ਕਰਦੇ ਲੋਕ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਸੁੰਨਸਰਾਂ ਹੋਈ ਵੀ ਹੈ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਕਿਸੇ ਨਾਲ ਮਤਲਬ ਕਿਉਂ ਰੱਖੀਏ, ਅਸੀਂ ਕਿਸੇ ਨਾਲ ਗੱਲ ਕਿਉਂ ਕਰੀਏ। ਤੇ ਉਹ ਜਿਹੜਾ ਸੋਸ਼ਲ ਡਿਸਟੈਂਸ ਬਣਦਾ ਜਾ ਰਿਹਾ ਨਾ, ਸੈਲਫ ਸੈਂਟਰਡਨੈਸ ਹੈ ਜਿਹੜੀ ਸ਼ਹਿਰਾਂ ਦੀ, ਉਹ ਬਹੁਤ ਖਤਰਨਾਕ ਹੈ। ਜਦੋਂ ਲੋਕ, ਤੁਸੀਂ ਆਪਣੀ ਸੁਸਾਇਟੀ ਨੂੰ ਹੀ ਨਹੀਂ ਤੁਸੀਂ ਜੋੜੋਗੇ। ਹੁਣ ਵੱਡੇ ਸ਼ਹਿਰ ਹੈ ਜਿਹੜੇ, ਉਹਨਾਂ ਦੇ ਵਿੱਚ ਸੈਲੀਬ੍ਰੇਸ਼ਨਸ ਹੁੰਦੀਆਂ, ਲੋਕੀ ਈਵੈਂਟਸ ਕਰਦੇ ਆ। ਈਵੈਂਟਸ ਕਰਨ ਦਾ ਮਤਲਬ ਤੇ ਛੋਟੀਆਂ ਛੋਟੀਆਂ ਕਮਿਊਨਿਟੀਜ਼ ਬਣਾਉਣ ਦਾ ਮਤਲਬ ਇਹੀ ਹੁੰਦਾ ਹੈ ਕਿ ਜੀ ਹੁਣ ਸਾਨੂੰ ਸੁਸਾਇਟੀ ਨੂੰ ਇੱਕ ਦੂਜੇ ਦੀ ਲੋੜ ਹੈ। ਛੋਟੇ ਛੋਟੇ ਮੇਲੇ ਲਗਾਏ ਜਾਂਦੇ ਆ, ਸੁਸਾਇਟੀ ਦਾ ਮਤਲਬ ਹੀ ਹੋਈ ਹੈ। ਤੇ ਉਹ ਚੀਜ਼ਾਂ ਪਿੰਡਾਂ 'ਚੋਂ ਖਤਮ ਹੋ ਰਹੀਆਂ ਜੀ। ਪਿੰਡਾਂ ਦੇ ਵਿੱਚੋਂ ਦੌੜ ਆ ਰਹੀ ਹੈ, ਪਿੰਡਾਂ ਤੱਕ ਸ਼ਹਿਰ ਪਹੁੰਚ ਗਏ, ਪਿੰਡਾਂ ਤੱਕ ਕੈਨੇਡਾ ਪਹੁੰਚ ਗਿਆ, ਕਿ ਪਿੰਡਾਂ ਤੱਕ ਲੰਡਨ ਆਈ ਪਹੁੰਚ ਗਿਆ, ਪਿੰਡਾਂ ਤੱਕ ਸਟੈਚੂ ਆਫ ਲਿਬਰਟੀ ਪਹੁੰਚ ਗਿਆ। ਤੇ ਉਹ ਉਸ ਸਟੈਚੂ ਆਫ ਲਿਬਰਟੀ ਤੱਕ ਜਾਣ ਦੀ ਹੋੜ ਦੇ ਵਿੱਚ ਨਾ ਪਿੰਡਾਂ ਦੇ ਲੋਕ ਆਪਣੇ ਪਿੰਡ ਦੀ ਸੱਥ ਤੱਕ ਨਹੀਂ ਜਾਂਦੇ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੀ ਸਾਨੂੰ ਤਾਂ, ਅਸੀਂ ਤਾਂ ਪੂਰੀ ਦੁਨੀਆ ਦੇਖਦੇ ਹਾਂ ਤਾਂ ਬਹੁਤ ਵੱਡੀ ਹੈ, ਬਹੁਤ ਵਾਈਡ ਹੈ। ਤਾਂ ਉਹ ਜਿਹੜੇ ਮੇਲੇ ਸੀਗੇ, ਛੋਟੇ ਛੋਟੇ ਸੈਲੀਬ੍ਰੇਸ਼ਨ ਸੀਗੀਆਂ, ਉਹ ਕਿਤੇ ਨਾ ਕਿਤੇ ਖਤਮ ਹੁੰਦੀਆਂ ਜਾ ਰਹੀਆਂ ਤੇ ਉਹਨਾਂ ਨੂੰ ਰਿਵਾਈਵ ਕਰਨ ਦੀ ਲੋੜ ਹੈ। ਪਿੰਡਾਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਦੇਖਣ, ਇੱਕ ਦੂਜੇ ਦਾ ਖਿਆਲ ਰੱਖਣ। ਤੇ ਜਿਹੜਾ ਇੱਕ ਫਰੇਜ਼ ਯੂਜ਼ ਕੀਤਾ ਜਾਂਦਾ ਨਾ, ਚਲੋ ਛੱਡੋ ਆਪਾਂ ਨੂੰ ਕੀ, ਉਹ ਚੀਜ਼ ਸਭ ਤੋਂ ਖਤਰਨਾਕ ਹੈ ਕਿ ਕਿਸੇ ਦਾ ਪੁੱਤ ਮਰ ਰਿਹਾ ਤਾਂ ਆਪਾਂ ਨੂੰ ਕੀ ਨਹੀਂ ਕਹਿ ਸਕਦੇ ਅਸੀਂ, ਉਹ ਸਾਨੂੰ ਕਹਿਣਾ ਪਊਗਾ ਕਿ ਇਹ ਸਾਡਾ ਪੁੱਤ ਹੈ। ਸੁਰਜੀਤ ਪਾਤਰ ਹੋਰਾਂ ਨੇ ਲਿਖਿਆ ਸੀ, ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਤੇ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੀ ਹਾਲਤ ਵੀ ਬੁਰੀ ਹੋ ਚੁੱਕੀ ਹੈ। ਬਸ ਉਹਦਾ ਇੰਤਜ਼ਾਰ ਨਾ ਕਰੀਏ ਕਿ ਹਾਲਤ ਬੁਰੀ ਹੈ ਜਿਹੜੀ, ਉਹ ਸਾਡੇ ਘਰਾਂ ਦੀ ਵੀ ਹੋ ਜੇ, ਸਾਡੇ ਪਰਿਵਾਰਾਂ ਦੀ ਵੀ ਹੋ ਜੇ। ਤਾਂ ਉਹਦੇ ਲਈ ਸਾਨੂੰ ਬਿਲਕੁਲ ਸੁਸਾਇਟੀ ਨੂੰ ਇਕਜੁੱਟ ਹੋ ਕੇ ਇਹਦੇ ਖਿਲਾਫ ਲੜਨਾ ਪਊਗਾ। ਸਿਰਫ ਸਰਕਾਰਾਂ ਨੂੰ ਨਹੀਂ ਕੋਸ ਸਕਦੇ, ਸਾਡੀ ਵੀ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਸਰ, ਪਿੰਡਾਂ ਦੇ ਤੇ ਸ਼ਹਿਰਾਂ ਦੇ ਕਲਚਰ ਦੀ ਤੁਸੀਂ ਗੱਲ ਕੀਤੀ, ਕਾਫੀ ਇੰਟਰਸਟਿੰਗ ਟੌਪਿਕ ਹੈ। ਨੈਕਸਟ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਇਸ ਟੌਪਿਕ ਤੇ। ਜੀ ਬਿਲਕੁਲ। ਫਿਲਹਾਲ ਨੈਕਸਟ ਸੈਗਮੈਂਟ ਵੱਲ ਚੱਲਦੇ ਹਾਂ ਸਰ, ਦੇਖ ਲੈਂਦੇ ਹਾਂ ਹੋਰ ਕਿਹੜੀ ਖਬਰਾਂ ਹੈ ਪੰਜਾਬ ਦੀ। ਜੀ, ਸਤਿ ਸ਼੍ਰੀ ਅਕਾਲ ਜੀ, ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਲੀਨ ਕੌਰ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ। ਮੋਹਾਲੀ ਪੁਲਿਸ ਹੈੱਡਕੁਆਰਟਰ ਤੇ ਹੋਏ ਹਮਲੇ 'ਚ ਲਾਰੈਂਸ ਬਿਸ਼ਨੋਈ ਗੈਂਗ ਸ਼ਾਮਲ, ਜਾਂਚ ਏਜੰਸੀਆਂ ਦਾ ਵੱਡਾ ਖੁਲਾਸਾ।
ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰਪੀਜੀ ਹਮਲੇ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਹਮਲੇ ਦੀਆਂ ਤਾਰਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹਨ। ਬਿਸ਼ਨੋਈ ਗੈਂਗ ਦਾ ਇੱਕ ਗੁਰਗਾ ਵੀ ਹਮਲੇ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨਿਕਲਿਆ। ਲਾਰੈਂਸ ਗੈਂਗ ਦੇ ਇਸ ਗੈਂਗਸਟਰ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਪੁਲਿਸ ਹੈੱਡਕੁਆਰਟਰ ਤੇ ਨਾਲ ਹਮਲਾ ਕੀਤਾ ਸੀ। ਆਰਪੀਜੀ ਹਮਲੇ ਤੋਂ ਠੀਕ ਪਹਿਲਾਂ ਦੀ ਇੱਕ ਸੀਸੀਟੀਵੀ ਤਸਵੀਰ ਸਾਹਮਣੇ ਆਈ ਸੀ, ਜਿਸ ਵਿੱਚ ਗੈਂਗਸਟਰ ਦੀਪਕ ਅਤੇ ਲਾਰੈਂਸ ਗੈਂਗ ਦਾ ਉਸ ਦਾ ਸਾਥੀ ਨਜ਼ਰ ਆਇਆ। ਖਦਸ਼ਾ ਹੈ ਕਿ ਪਾਕਿਸਤਾਨੀ ਖੂਫੀਆ ਏਜੰਸੀ ISI ਅਤੇ ਖਾਲਿਸਤਾਨੀ ਦਹਿਸ਼ਤਗਰਦ ਰਿੰਦਾ ਤੇ ਲਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਵਰਤੋਂ ਕਰ ਰਹੇ ਹਨ। ਇਹ ਗੱਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ ਵਿੱਚ ਸਾਹਮਣੇ ਆਈ ਹੈ। ਦੀਪਕ ਨਾਮੀ ਮੁਲਜ਼ਮ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗਰੋਹ ਨਾਲ ਸੰਬੰਧਿਤ ਹੈ ਅਤੇ ਉਸ ਖਿਲਾਫ ਅੱਧੀ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇੱਕ ਹੋਰ ਨਾਬਾਲਗ UP ਦਾ ਵਸਨੀਕ ਹੈ, ਜੋ ਇਸ ਹਮਲੇ ਵਿੱਚ ਦੀਪਕ ਦੇ ਨਾਲ ਮੌਜੂਦ ਸੀ, ਜੋ ਫਿਲਹਾਲ ਫਰਾਰ ਹੈ। ਹੁਸ਼ਿਆਰਪੁਰ ਦੇ ਵਿੱਚ ਟਰੱਕ ਨੇ ਸਕੂਲ ਬੱਸ ਨੂੰ ਮਾਰੀ ਟੱਕਰ, ਇੱਕ ਵਿਦਿਆਰਥੀ ਦੀ ਮੌਤ, ਕਈ ਬੱਚਿਆਂ ਦੇ ਲੱਗੀਆਂ ਸੱਟਾਂ। ਹੁਸ਼ਿਆਰਪੁਰ ਦੇ ਦਸੂਹਾ 'ਚ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 9ਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਈ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ। ਸਿਵਲ ਹਸਪਤਾਲ ਵਿੱਚ 15 ਦੇ ਕਰੀਬ ਬੱਚੇ ਹਸਪਤਾਲ ਲਾਏ ਸਨ ਅਤੇ 5-6 ਬੱਚਿਆਂ ਨੂੰ ਪ੍ਰਾਈਵੇਟ ਹਸਪਤਾਲ ਲਈ ਰੈਫਰ ਕੀਤਾ ਗਿਆ। ਪੋਲ ਕਨਵੈਂਟ ਸਕੂਲ ਦੀ ਪ੍ਰਾਈਵੇਟ ਬੱਸ ਨਾਲ ਇਹ ਘਟਨਾ ਅੱਜ ਸਵੇਰੇ ਵਾਪਰੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਟੀਮ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਵਿਭਾਗ ਨੇ 20 ਮਈ ਨੂੰ 3 ਮੈਂਬਰੀ ਜਾਂਚ ਟੀਮ ਬਣਾਈ ਸੀ। ਇਸ ਟੀਮ ਵੱਲੋਂ ਜਾਂਚ ਪੂਰੀ ਕਰ ਲਈ ਗਈ ਹੈ, ਜਿਸ ਦੀ ਰਿਪੋਰਟ ਅਗਲੇਰੀ ਕਾਰਵਾਈ ਹਿੱਤ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਵੱਲੋਂ ਅਲਫਾ ਇੰਟਰਨੈਸ਼ਨਲ ਸਿਟੀ ਨੂੰ ਆਪਣੀ ਜ਼ਮੀਨ ਵੇਚੀ ਗਈ ਸੀ। ਸਰਕਾਰ ਬਣਦਿਆਂ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਇਸ ਜ਼ਮੀਨ ਨੂੰ ਵੇਚਣ ਲਈ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਾਇਆ ਗਿਆ ਹੈ ਅਤੇ ਹੋਰ ਕਈ ਤਕਨੀਕੀ ਗੜਬੜੀਆਂ ਕੀਤੀਆਂ ਗਈਆਂ। ਉਹਨਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਭਾਗ ਦੇ 3 ਸੀਨੀਅਰ ਅਫਸਰਾਂ ਤੇ ਆਧਾਰਿਤ 3 ਮੈਂਬਰੀ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਘੋਖਣ ਲਈ ਕਿਹਾ ਸੀ। ਜਾਂਚ ਟੀਮ ਵੱਲੋਂ ਇਸ ਮਾਮਲੇ ਨੂੰ ਬੜੀ ਬਰੀਕੀ ਨਾਲ ਘੋਖ ਕੇ ਰਿਪੋਰਟ ਤਿਆਰ ਕੀਤੀ ਗਈ ਹੈ, ਜੋ ਮੁੱਖ ਮੰਤਰੀ ਨੂੰ ਸੌਂਪੀ ਗਈ ਹੈ। ਇਹੋ ਜਿਹੀ ਖਬਰਾਂ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਰ ਪੰਜਾਬ ਦੀਆਂ ਮੁੱਖ ਖਬਰਾਂ। ਅਗਲੀ ਚਰਚਾ ਲਈ ਅੱਜ ਦੀ ਸਰਕਾਰੀ ਖਬਰ ਕੀ ਕਹਿੰਦੀ ਹੈ ਜੀ, ਪੜ੍ਹਦੇ ਹਾਂ ਸਰਕਾਰੀ ਖਬਰ। ਅਮਨ ਅਰੋੜਾ ਵੱਲੋਂ ਲੋਕ ਸੰਪਰਕ ਅਧਿਕਾਰੀਆਂ ਨੂੰ ਸਰਕਾਰ ਤੇ ਜਨਤਾ ਦਰਮਿਆਨ ਮਜ਼ਬੂਤ ਕੜੀ ਵਜੋਂ ਕੰਮ ਕਰਨ ਦੀ ਹਦਾਇਤ। ਸੂਚਨਾ ਅਤੇ ਲੋਕ ਸੰਪਰਕ ਮੰਤਰੀ 2 ਹਫ਼ਤਿਆਂ ਬਾਅਦ ਕਰਿਆ ਕਰਨਗੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ। ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਸਰਕਾਰ ਅਤੇ ਜਨਤਾ ਦਰਮਿਆਨ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰ। ਇੱਥੇ ਹੈੱਡਕੁਆਰਟਰ ਤੇ ਤਾਇਨਾਤ PROs ਅਤੇ APROs ਨਾਲ ਪੰਜਾਬ ਭਵਨ ਵਿਖੇ ਆਪਣੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ ਅਤੇ ਉਪਰਾਲਿਆਂ ਦੀ ਜਾਣਕਾਰੀ ਸਮੇਂ ਸਿਰ ਲੋਕਾਂ ਤੱਕ ਪਹੁੰਚਾਈ ਜਾਵੇ। ਉਹਨਾਂ ਨੇ ਫੀਡਬੈਕ ਵਿਧੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ 2 ਹਫ਼ਤਿਆਂ ਬਾਅਦ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਦਾ ਵੀ ਫੈਸਲਾ ਲਿਆ। ਇਹ ਸਰਕਾਰੀ ਖਬਰ ਟਿਪੀਕਲ ਸਰਕਾਰੀ ਖਬਰ ਬਣ ਕੇ ਆਈ ਹੈ। ਸਰਕਾਰੀ ਖਬਰ ਆਈ ਹੈ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤੀ ਹੈ ਤੇ ਲੋਕ ਸੰਪਰਕ ਮੰਤਰੀ ਹੈ ਜਿਹੜੇ ਅਮਨ ਅਰੋੜਾ ਜੀ, ਉਹਨਾਂ ਨੇ ਮੀਟਿੰਗ ਕੀਤੀ ਹੈ PROs ਤੇ APROs ਪਬਲਿਕ ਰਿਲੇਸ਼ਨਸ ਆਫਿਸਰਸ। ਉਹਨਾਂ ਨੂੰ ਕਿਹਾ ਕਿ ਜੀ ਸਰਕਾਰ ਜੋ ਵੀ ਕੰਮ ਕਰਦੀ ਹੈ ਲੋਕ ਹਿੱਤ ਦਾ, ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੱਸਿਆ ਜਾਵੇ। ਹਜੇ ਖਬਰ ਆਪਾਂ ਪੂਰੀ ਨਹੀਂ ਪੜ੍ਹੀ, ਉਹਦੇ ਵਿੱਚ ਅੱਗੇ ਇਹ ਵੀ ਲਿਖਿਆ ਹੋਇਆ ਹੈ ਕਿ ਜੀ ਸੋਸ਼ਲ ਮੀਡੀਆ ਤੇ ਹੋਰ ਐਕਟਿਵ ਹੋਇਆ ਜਾਵੇ, ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕੀਤਾ ਜਾਵੇ, ਦੱਸਿਆ ਜਾਵੇ, ਅਵੇਅਰ ਕੀਤਾ ਜਾਵੇ ਕਿ ਕਿਹੜੀਆਂ-ਕਿਹੜੀਆਂ ਸਕੀਮਸ ਆ ਰਹੀਆਂ ਤੇ ਲੋਕ ਭਲਾਈ ਦੇ ਕਿਹੜੇ-ਕਿਹੜੇ ਕੰਮ ਹੋ ਰਹੇ ਆ। ਪਰ ਮੈਨੂੰ ਲੱਗਦਾ ਕਿ ਇਹਦੇ ਨਾਲ-ਨਾਲ ਪ੍ਰਚਾਰ ਤਾਂ ਚਲੋ ਠੀਕ ਹੀ ਆ, ਪ੍ਰਚਾਰ ਤੇ ਤਾਂ ਫਿਰ ਵਿਰੋਧੀ ਧਿਰਾਂ ਵੀ ਸਵਾਲ ਚੱਕਦੀਆਂ ਵੀ ਐਡਵਰਟੀਜ਼ਮੈਂਟ ਤੁਸੀਂ ਬਹੁਤ ਕਰ ਰਹੇ ਹੋ ਤੇ ਖਰਚਾ ਬਹੁਤ ਕਰ ਰਹੇ ਹੋ ਤੇ ਇਸ ਖਰਚੇ ਦੀ ਭਰਪਾਈ ਕਿੱਥੋਂ ਹੋਣੀ ਹੈ। ਅਸੀਂ ਉਹ ਸਵਾਲ ਨਹੀਂ ਕਰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਜੀ ਤੁਸੀਂ ਪ੍ਰਚਾਰ ਨਾ ਕਰੋ, ਪ੍ਰਚਾਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਹੜੀਆਂ-ਕਿਹੜੀਆਂ ਸਕੀਮਸ ਹੈਗੀਆਂ ਤੇ ਲੋਕ ਅਵੇਅਰ ਹੋਣ ਤੇ ਲੋਕ ਕਿਤੇ ਫਸਣ ਨਾ, ਕਿਸੇ ਕਰਪਸ਼ਨ ਦੇ ਵਿੱਚ ਨਾ ਫਸਣ ਤੇ ਸਿੱਧੇ ਜਾ ਕੇ ਆਪਣੀ ਸਕੀਮ ਦਾ ਲਾਭ ਲੈਣ। ਪਰ ਆਪਾਂ ਫੋਕਸ ਇਸ ਚੀਜ਼ ਤੇ ਕਰਦੇ ਹਾਂ
ਕਿ ਉਹਨਾਂ ਸਕੀਮਸ ਦਾ ਪ੍ਰਚਾਰ ਹੋਵੇ, ਜਿੰਨਾ ਕਰ ਸਕਦੇ ਹੋ ਕਰੋ, ਜਿੰਨਾ ਪੈਸਾ ਖਰਚਣਾ ਖਰਚੋ, ਪਰ ਉਹ ਸਕੀਮਾਂ ਦਾ ਫਾਇਦਾ ਵੀ ਲੋਕਾਂ ਤੱਕ ਪਹੁੰਚੇ। ਜੀ ਕਿਤੇ ਇਹ ਨਾ ਹੋਵੇ ਕਿ ਸਕੀਮਾਂ ਦਾ ਇਕੱਲਾ ਪ੍ਰਚਾਰ ਹੀ ਹੋ ਗਿਆ, ਅਸੀਂ ਫੋਕਸ ਸਿਰਫ ਪ੍ਰਚਾਰ ਤੇ ਹੀ ਕੀਤਾ ਤੇ ਸਕੀਮਾਂ ਜਿਹੜੀਆਂ ਲਾਗੂ ਹੋਣੀਆਂ ਸੀ ਜ਼ਮੀਨੀ ਪੱਧਰ ਤੇ ਕੀਤੀ ਹੈ ਹੋਈਆਂ ਉਹ ਹੀ ਬਜਟ। ਬਿਲਕੁਲ ਬਿਲਕੁਲ, ਤੇ ਇਸ ਚੀਜ਼ ਦਾ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ। ਸੋ ਅੱਜ ਦੇ ਐਪੀਸੋਡ ਦਾ ਸਿੱਟਾ ਸਰ, ਵਾਟ ਇਜ਼ ਦ ਕੰਕਲੂਜਨ ਆਫ ਦਿਸ ਵੈਰੀ ਐਪੀਸੋਡ? ਜੀ ਪੜ੍ਹਦੇ ਹਾਂ। ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਪ੍ਰਚਾਰ, ਲੋਕਾਂ ਨਾਲ ਸੰਪਰਕ ਬਣਾਉਣ 'ਚ ਰੁੱਝੀ ਹੋਈ ਸਰਕਾਰ, ਜਾਣਕਾਰੀਆਂ ਪਹੁੰਚਾਉਣ ਦਾ ਤਾਂ ਬਣਿਆ ਹੋਇਆ ਕਾਇਦਾ। ਹੁਣ ਵੇਲਾ ਸਕੀਮਾਂ ਦਾ ਮਿਲੇ ਲੋਕਾਂ ਨੂੰ ਫਾਇਦਾ, ਹੁਣ ਵੇਲਾ ਸਕੀਮਾਂ ਦਾ ਮਿਲੇ ਲੋਕਾਂ ਨੂੰ ਫਾਇਦਾ। ਜੀ ਜ਼ਰੂਰ ਸਰ। ਸੋ ਜ਼ਰੂਰੀ ਖਬਰਾਂ ਦੀ ਸਹੀ ਪੜਤਾਲ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਦੇਖਦੇ ਰਹੋ ਖਬਰਾਂ ਵਿੱਚੋਂ ਖਬਰ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਮੁੱਦੇ ਦੇ ਨਾਲ, ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।